ਇਹ ਲੋਕ ਜਿਹੜਾ ਨੇ ਉਹ ਬੱਕਰੀ ਫਾਰਮ ਨੂੰ ਛੱਡ ਰਹੇ ਨੇ। ਮੇਨ ਵਜ੍ਹਾ ਕੀ ਹੈ, ਕਿਹੜੀ ਵਜ੍ਹਾ ਤੋਂ ਬੱਕਰੀ ਫਾਰਮ ਦਾ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਘਟਦਾ ਪਿਆ ਦਿਨੋਂ ਦਿਨ। ਠੀਕ, अस्सलाम वालेकुम जी। ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਆਇਆ। ਤੁਸੀਂ ਮੇਰਾ YouTube ਚੈਨਲ ਪਿੰਡੂ ਵਲੌਗ ਵੇਖ ਰਹੇ ਹੋ। ਅੱਛਾ ਜੀ, ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਦੱਸਣ ਲੱਗਾ ਕਿ ਲੋਕ ਜਿਹੜਾ ਨੇ ਉਹ ਬੱਕਰੀ ਫਾਰਮ ਨੂੰ ਛੱਡ ਰਹੇ ਨੇ। ਮੇਨ ਵਜ੍ਹਾ ਕੀ ਹੈ, ਕਿਹੜੀ ਵਜ੍ਹਾ ਤੋਂ ਬੱਕਰੀ ਫਾਰਮ ਦਾ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਘਟਦਾ ਪਿਆ ਦਿਨੋਂ ਦਿਨ। ਠੀਕ ਹੈ ਜੀ, ਪਹਿਲੇ ਇਹ ਹੁੰਦਾ ਸੀ ਕਿ ਜ਼ਿਆਦਾਤਰ ਲੋਕ ਬੱਕਰੀ ਫਾਰਮ ਨੂੰ ਜੁਆਇਨ ਕਰ ਰਹੇ ਸੀ, ਲੇਕਿਨ ਹੁਣ ਮੇਨ ਵਜ੍ਹਾ ਸਾਹਮਣੇ ਆਈਆਂ ਨੇ ਕਿ ਲੋਕ ਬੱਕਰੀ ਫਾਰਮ ਨੂੰ ਐਸਤਾ ਐਸਤਾ ਘਟਾ ਰਹੇ ਨੇ ਔਰ ਛੋੜ ਰਹੇ ਨੇ। ਠੀਕ ਹੈ ਜੀ। ਅੱਛਾ ਜੀ, ਮੈਂ ਤੁਹਾਨੂੰ ਮੇਨ ਵਜ੍ਹਾ ਜਿਹੜੀਆਂ ਨੇ ਉਹ ਅੱਜ ਦੱਸਾਂਗਾ ਕਿ ਕਿਹੜੀ ਵਜ੍ਹਾ ਤੋਂ ਬੱਕਰੀ ਫਾਰਮ ਦਾ ਜਿਹੜਾ ਰੁਝਾਨ ਹੈ ਉਹ ਘਟਦਾ ਜਾਂਦਾ ਹੈ। ਅੱਛਾ ਜੀ, ਸਭ ਤੋਂ ਪਹਿਲੇ ਨੰਬਰ 'ਤੇ ਮੇਨ ਜਿਹੜੀ ਵਜ੍ਹਾ ਸਾਹਮਣੇ ਆ ਰਹੀ ਹੈ ਉਹ ਹੈ ਜੀ ਮਹਿੰਗਾ ਚਾਰਾ। ਜਿਹੜੇ ਕਿ ਲੋਕ ਸ਼ਹਿਰਾਂ ਵਿੱਚ ਰਹਿੰਦੇ ਪਏ ਨੇ ਉਹ ਆਪਣਾ ਇਹ ਮਹਿੰਗਾ ਚਾਰਾ ਜਿਹੜਾ ਉਹਦੀ ਵਜ੍ਹਾ ਤੋਂ ਉਹ ਪੂਰਾ ਨਹੀਂ ਕਰ ਸਕਦੇ, ਜਿਸ ਕਰਕੇ ਉਹ ਆਉਂਦੇ ਨੇ ਕਿ ਯਾਰ ਇਹ ਬੱਕਰੀ ਫਾਰਮ ਜਿਹੜਾ ਨਾ ਹੁਣ ਸਾਨੂੰ ਪ੍ਰੋਫਿਟ ਨਹੀਂ ਦੇ ਰਿਹਾ, ਲਿਹਾਜ਼ਾ ਇਹਨੂੰ ਛੱਡ ਕੇ ਕੋਈ ਹੋਰ ਕੰਮ ਕਰ ਲਈਏ। ਠੀਕ ਹੈ। ਅੱਛਾ, ਦੂਸਰੇ ਨੰਬਰ 'ਤੇ ਫਿਰ ਆ ਰਹੀ ਹੈ ਜੀ ਜ਼ਿਆਦਾ ਮਿਹਨਤ। ਠੀਕ ਹੈ, ਸਾਰਾ ਦਿਨ ਉਹ ਕੰਮ ਕਰਦੇ ਨੇ, ਬੱਕਰੀ ਫਾਰਮ 'ਤੇ ਮਿਹਨਤ ਕਰਦੇ ਨੇ। ਠੀਕ ਹੈ, ਜਾਨਵਰਾਂ ਨੂੰ ਆਪਣਾ ਦੇਖਭਾਲ ਉਹਨਾਂ ਦੀ ਕਰਦੇ ਨੇ, ਲੇਕਿਨ ਜਦੋਂ ਉਹਨਾਂ ਦਾ ਪ੍ਰੋਫਿਟ ਦਾ ਟਾਈਮ ਆਉਂਦਾ ਔਰ ਉਹਨਾਂ ਦਾ ਜਿਹੜਾ ਪ੍ਰੋਫਿਟ ਹੈ ਉਹਨਾਂ ਦੀ ਮਿਹਨਤ ਦੇ ਮੁਤਾਬਕ ਉਹਨਾਂ ਨੂੰ ਨਹੀਂ ਮਿਲਦਾ। ਠੀਕ ਹੈ, ਇਹ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਜਿਹੜੇ ਕਿ ਲੋਕ ਸ਼ਹਿਰ ਦੇ ਵਿੱਚ ਗੋਟ ਫਾਰਮਿੰਗ ਕਰ ਰਹੇ ਸਨ। ਠੀਕ ਹੈ। ਅੱਛਾ, ਇਹ ਦੂਸਰੀ ਵਜ੍ਹਾ ਹੋ ਗਈ ਵੀ ਮਿਹਨਤ ਜ਼ਿਆਦਾ ਅਤੇ ਮੁਨਾਫਾ ਘੱਟ ਹੈ। ਅੱਛਾ, ਤੀਸਰੇ ਨੰਬਰ 'ਤੇ ਫਿਰ ਮੁਖਤਲਿਫ ਬਿਮਾਰੀਆਂ ਇਹ ਜਾਨਵਰਾਂ 'ਤੇ ਆ ਰਹੀਆਂ ਨੇ, ਜਿਸ ਕਰਕੇ ਲੋਕ ਇਹ ਸਮਝਦੇ ਨੇ ਕਿ ਯਾਰ ਪੂਰਾ ਸਾਲ ਇੰਨੇ ਪੈਸੇ ਵੀ ਲਾਉਂਦੇ ਆ, ਮਿਹਨਤ ਵੀ ਕਰਨੇ ਆ, ਲੇਕਿਨ ਐਂਡ 'ਤੇ ਅਚਾਨਕ ਜਾਨਵਰਾਂ ਨੂੰ ਪਤਾ ਨਹੀਂ ਕੀ ਮਸਲਾ ਬਣ ਜਾਂਦਾ, ਜਿਹੜੀ ਵਜ੍ਹਾ ਕਰਕੇ ਇਹ ਜਿਹੜਾ ਬੱਕਰੀ ਫਾਰਮ ਹੈ ਨਾ ਇਹ ਹੁਣ ਘਾਟੇ ਵਾਲਾ ਕੰਮ ਸ਼ੁਰੂ ਹੋ ਗਿਆ, ਇਹਨੂੰ ਜ਼ਰਾ ਛੱਡ ਕੇ ਕੋਈ ਹੋਰ ਕੰਮ ਕਰ ਲਈਏ। ਠੀਕ ਹੈ। ਅੱਛਾ, ਫਿਰ ਉਸ ਤੋਂ ਬਾਅਦ ਚੌਥੇ ਨੰਬਰ 'ਤੇ ਇੱਕ ਹੋਰ ਬੜੀ ਵੱਡੀ ਵਜ੍ਹਾ ਸਾਹਮਣੇ ਆਈ ਹੈ। ਅੱਛਾ, ਉਹ ਇਹ ਹੈ ਕਿ ਤੁਹਾਡਾ ਜਿਹੜਾ ਜਾਨਵਰ ਦੀ ਕੀਮਤ ਹੈ ਨਾ, ਕੀਮਤ ਦਾ ਵੀ ਬੜਾ ਮਸਲਾ ਹੈ। ਠੀਕ ਹੈ। ਵੇਖੋ, ਇੱਕ ਬੰਦਾ ਸਾਰਾ ਸਾਲ ਮਿਹਨਤ ਕਰਦਾ, ਕੰਮ ਕਰਦਾ, ਔਰ ਜੋ ਜਾਨਵਰ ਵੇਚਣ ਦਾ ਟਾਈਮ ਆਉਂਦਾ ਉਦੋਂ ਰੇਟ ਨਹੀਂ ਲੱਗਦਾ। ਠੀਕ ਹੈ। ਇਹ ਇਸ ਕਰਕੇ ਜਿਹੜਾ ਕਿ ਜਿਹੜੇ ਗੋਟ ਫਾਰਮਿੰਗ ਦੇ ਲੋਕ ਨੇ ਨਾ ਪਹਿਲੇ ਜਿਹੜੇ ਕਰ ਰਹੇ ਸੀ ਉਹ ਹੁਣ ਐਸਤਾ ਐਸਤਾ ਛੋੜ ਰਹੇ ਨੇ, ਲੇਕਿਨ ਮੈਂ ਤੁਹਾਨੂੰ ਇਹ ਨਹੀਂ ਆਖਾਂਗਾ ਕਿ ਤੁਸੀਂ ਬੱਕਰੀ ਫਾਰਮ ਨੂੰ ਛੱਡੋ। ਠੀਕ ਹੈ, ਮੈਂ ਤੁਹਾਨੂੰ ਇਹ ਦੱਸਿਆ ਕਿ ਕਿਹੜੀਆਂ ਵਜ੍ਹਾ ਤੋਂ ਇਹ ਲੋਕ ਗੋਟ ਫਾਰਮਿੰਗ ਨੂੰ ਛੱਡਣਾ ਚਾਹੁੰਦੇ ਨੇ ਔਰ ਕਾਫੀ ਲੋਕ ਛੋੜ ਰਹੇ ਨੇ। ਠੀਕ ਹੈ। ਦੇਖੋ ਕਿ ਇਹ ਜਿਹੜਾ ਗੋਟ ਫਾਰਮਿੰਗ ਹੈ ਇਹ ਇੱਕ ਬਹੁਤ ਹੀ ਅੱਛਾ ਪ੍ਰੋਫਿਟੇਬਲ ਕਾਰੋਬਾਰ ਹੈ। ਲੋਕਾਂ ਨੇ ਇਹਦੇ 'ਚੋਂ ਬੜੇ ਪੈਸੇ ਕਮਾਏ ਨੇ ਔਰ ਕਮਾ ਵੀ ਰਹੇ ਨੇ। ਠੀਕ ਹੈ, ਅਤੇ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ ਕਿ ਤੁਸੀਂ ਗੋਟ ਫਾਰਮਿੰਗ ਨਹੀਂ ਛੱਡਣੀ। ਠੀਕ ਹੈ, ਸਬਰ ਕਰਨਾ ਹੈ, ਇਨਸ਼ਾਅੱਲਾ ਇਹ ਗੋਟ ਫਾਰਮਿੰਗ ਦੇ ਵਿੱਚੋਂ ਹੀ ਤੁਹਾਨੂੰ ਕਾਮਯਾਬੀ ਮਿਲੇਗੀ। ਠੀਕ ਹੈ, ਬਾਕੀ ਇਨਸ਼ਾਅੱਲਾ ਤੁਸੀਂ ਮਿਹਨਤ ਕਰੋ, ਸਬਰ ਕਰੋ ਔਰ ਅੱਲਾ 'ਤੇ ਭਰੋਸਾ ਰੱਖੋ। ਇਹ ਗੋਟ ਫਾਰਮਿੰਗ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਹੈ। ਠੀਕ ਹੈ, ਪਾਕਿਸਤਾਨ ਦੇ ਵਿੱਚ ਲੋਕ ਦਿਨੋਂ ਦਿਨ ਇਹਨੂੰ ਜੁਆਇਨ ਕਰ ਰਹੇ ਨੇ। ਠੀਕ ਹੈ, ਅਤੇ ਜਿਹੜੇ ਛੱਡ ਰਹੇ ਨੇ ਔਰ ਛੱਡਣਾ ਚਾਹੁੰਦੇ ਨੇ ਉਹ ਆਪਣਾ ਮਾਇੰਡ ਚੇਂਜ ਕਰਕੇ ਦੁਬਾਰਾ ਹੀ ਗੋਟ ਫਾਰਮਿੰਗ ਨੂੰ ਸ਼ੁਰੂ ਕਰਨ। ਠੀਕ ਹੈ ਜੀ, ਇਨਸ਼ਾਅੱਲਾ ਮਿਲਦੇ ਹਾਂ ਫਿਰ ਇੱਕ ਅੱਛੀ ਵੀਡੀਓ ਨਾਲ ਤੁਹਾਡੀ ਖਿਦਮਤ 'ਚ। ਅੱਲਾ ਹਾਫਿਜ਼।